2 ਕਿਲੋ ਦੇ ਕਰੀਬ ਆਰਡੀਐਕਸ ਨਾਲ ਧਮਾਕਾ ਕੀਤਾ ਗਿਆ। ਆਰਡੀਐਕਸ ਦੇ ਨਾਲ ਧਮਾਕੇ ਹੋਣ ਦੀ ਗੱਲ ਡੀਜੀਪੀ ਵੱਲੋਂ ਕਹਿ ਦਿੱਤੀ ਗਈ ਹੈ। ਪਰਸੋਂ ਜਿਹੜਾ ਬੰਬ ਬਲਾਸਟ ਹੋਇਆ ਲੁਧਿਆਣਾ ਕੋਰਟ ਦੇ ਵਿੱਚ, ਉਹਦੇ ਵਿੱਚ ਮੈਂ ਆਪ ਉੱਥੇ ਮੌਜੂਦ ਸੀਗਾ। ਬਿਲਕੁਲ ਬੰਬ ਤੋਂ 20 ਫੁੱਟ ਜਿੱਥੇ ਬਲਾਸਟ ਹੋਇਆ ਵਾ, ਉੱਥੋਂ ਗੁਰਦਾਸਪੁਰ ਜਾਣਾ ਹੁੰਦਾ ਔਰ ਉੱਥੇ ਉਹ ਸਾਰੇ ਇਕੱਠੇ ਹੋ ਕੇ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਮੈਨੂੰ ਕਾਲਸ ਆਈਆਂ ਕਿ ਭਾਈ ਵੀ ਇਸ ਕੇਸ ਦੇ ਵਿੱਚ ਨਹੀਂ ਆਪੇ ਰੋਣਾ। ਫਿਰ ਮੈਂ ਥੋੜ੍ਹਾ ਜਿਹਾ ਇਹਨੂੰ ਸੀਰੀਅਸਲੀ ਲਿਆ। ਸੀਐਮ ਲੁਧਿਆਣਾ, ਕਮਿਸ਼ਨਰ ਲੁਧਿਆਣਾ ਨੂੰ ਇੱਕ ਮੇਲ ਕੀਤੀ, ਜਿਹਦਾ ਦੇਖਦੇ ਨੇ ਗਲਾ ਕੱਟ ਦਿੰਦੇ ਨੇ, ਜਿਹਨੂੰ ਦੇਖਦੇ ਮਾਰ ਦਿੰਦੇ ਆ। ਇਹੀ ਪਰਵਾਨਾ ਤੁਸੀਂ ਦੇਖਿਆ ਹੋਣਾ, ਗਰੀਬ ਬੱਚੇ ਨੂੰ ਮਾਰਿਆ ਇਹਨਾਂ ਨੇ। ਦੇਖੋ, ਪਾਕਿਸਤਾਨ ਦੇ ਨੰਬਰ ਤੋਂ ਕਾਲ ਆਣੀ ਪਤਾ ਹੀ ਹੁੰਦਾ ਵੈ। ਕਾਲ ਪਿਕ ਕੀਤੀ ਤਾਂ ਮੈਨੂੰ ਇਹਨੇ ਧਮਕੀ ਦਿੱਤੀ ਹੈ, ਤੂੰ ਬੰਦਾ ਬਣ ਜਾ ਜੇ ਜਿੰਦਾ ਰਹਿਣਾ। ਤੋਂ ਇੰਨੀ ਮਾਤਰਾ 'ਚ ਆਰਡੀਐਕਸ ਕੋਰਟ ਦੇ ਅੰਦਰ ਪਹੁੰਚਣਾ, ਇਹ ਵੀ ਆਪਣੇ ਆਪ 'ਚ ਸਵਾਲਾਂ ਦੇ ਘੇਰੇ। ਉਹ ਕਿਸੇ ਸ਼ਰਾਰਤੀ ਬੰਦੇ ਨੇ ਅੱਜ ਤੋਂ 15 ਦਿਨ ਪਹਿਲੇ, ਉਹ 10-15 ਦਿਨ ਪਹਿਲੇ ਉਹ ਕੈਮਰੇ ਪੱਟ ਲਏ ਨੇ ਸਾਡੇ। ਇਹ ਜਿੰਨੇ ਵੀ ਹਿੰਦੂ ਸੰਗਠਨ ਹੈਗੇ ਨੇ ਪੰਜਾਬ ਦੇ, ਸ਼ਿਵ ਸੈਨਾ ਪੰਜਾਬ ਹੋਵੇ ਚਾਹੇ ਅਮਿਤ ਅਰੋੜਾ ਹੋਵੇ, ਕਈ ਵਾਰੀ ਉਹਨਾਂ ਤੇ ਅਟੈਕ ਹੋਏ ਨੇ। ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਕੀ ਮਾਨਸਿਕਤਾ ਹੋ ਸਕਦੀ? ਪਰ ਪੁਲਿਸ ਕਿਤੇ ਰੋਕਣ 'ਚ ਕਾਮਯਾਬ ਨਹੀਂ। ਔਰ ਇੱਥੇ ਤੱਕ ਕਿ ਸਾਡੇ ਵਰਗੇ ਬੰਦੇ ਜਦੋਂ ਇਨਫੋਰਮੇਸ਼ਨ ਦਿੰਦੇ ਨੇ, ਮਜ਼ਾਕ ਬਣਾ ਕੇ ਘਰੇ ਬਿਠਾ ਦਿੱਤਾ ਜਾਂਦਾ ਵਾ ਵੀ ਨਹੀਂ ਜੀ ਤੁਸੀਂ ਗਲਤ ਕਹਿ ਰਹੇ ਹੋ, ਤੁਸੀਂ ਤਾਂ 50,000 ਦਿਓ ਤੇ ਤੁਸੀਂ ਸਿਕਿਉਰਿਟੀ ਲੈ ਲਓ। ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਹਾਂ। ਵੱਡੀ ਅਪਡੇਟ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ, ਲੁਧਿਆਣਾ ਦੇ ਕੋਰਟ ਕੰਪਲੈਕਸ ਜਿਹੜਾ ਬੰਬ ਕਾਂਡ ਹੋਇਆ ਹੈਗਾ, ਉਹਦੇ ਵਿੱਚ ਜਿੱਥੇ ਇਹ ਡੀਜੀਪੀ ਨੇ ਵੀ ਲਾਈਵ ਹੋ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਚੀਜ਼ ਅਸੈਪਟ ਕਰ ਲਈ ਹੈ, ਕਹਿ ਦਿੱਤਾ ਹੈ ਕਿ 2 ਕਿਲੋ ਦੇ ਕਰੀਬ ਆਰਡੀਐਕਸ ਨਾਲ ਧਮਾਕਾ ਕੀਤਾ ਗਿਆ। ਆਰਡੀਐਕਸ ਦੇ ਨਾਲ ਧਮਾਕੇ ਹੋਣ ਦੀ ਗੱਲ ਡੀਜੀਪੀ ਵੱਲੋਂ ਕਹਿ ਦਿੱਤੀ ਗਈ ਹੈ, ਪੁਸ਼ਟੀ ਕਰ ਦਿੱਤੀ ਗਈ ਹੈ। ਉੱਥੇ ਹੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ। ਅਸੀਂ ਤੁਹਾਨੂੰ ਜਨਹਿਤ ਐਚੀ ਤੇ ਜਿੱਥੇ ਉਹਦੇ ਐਡਵੋਕੇਟ ਨਾਲ ਵੀ ਗੱਲਬਾਤ ਕਰਵਾ ਚੁੱਕੇ ਹਾਂ ਕਿ ਇੰਟਰਵਿਊ ਕਰਕੇ ਉਹਨਾਂ ਦਾ ਖਾਸ ਗੱਲਬਾਤ ਕੀ ਉਹਨਾਂ ਦਾ ਐਂਗਲ ਸੀਗਾ, ਉਹ ਸਾਰੀਆਂ ਚੀਜ਼ਾਂ ਸੁਣਵਾ ਚੁੱਕੇ ਹੈਗੇ ਹੈ। ਉੱਥੇ ਹੀ ਹੁਣ ਅਸੀਂ ਪਹੁੰਚੇ ਹਾਂ ਐਡਵੋਕੇਟ ਇੱਕ ਹੋਰ ਹੈਗੇ ਸਾਡੇ ਐਡਵੋਕੇਟ ਭਰਾ ਅਰੁਣ ਖੁਰਮੀ, ਜਿਨ੍ਹਾਂ ਕੋਲ ਅਸੀਂ ਆਏ ਹਾਂ। ਜਾਣਦੇ ਹਾਂ ਕਿਉਂਕਿ ਇਹ ਵੀ ਕੱਲ੍ਹ ਰਾਤ ਨੂੰ, ਜੀ ਹਾਂ, ਜਿੱਦਾਂ ਹੀ ਗਗਨਦੀਪ ਜਿਹੜਾ ਸੀਗਾ ਉਹਦਾ ਨਾਮ ਸਾਹਮਣੇ ਆਇਆ ਸੀਗਾ, ਉਹਦੀਆਂ ਚੀਜ਼ਾਂ ਸਾਹਮਣੇ ਆਇਆ ਸੀ, ਪਤਾ ਲੱਗਿਆ ਸੀ ਪੁਲਿਸ ਕਰਮੀ, ਪੁਰਾਣਾ ਪੁਲਿਸ ਕਰਮੀ, ਐਕਸ ਪੁਲਿਸ ਕਰਮੀ, ਸਸਪੈਂਡਡ ਪੁਲਿਸ ਕਰਮੀ, ਜਿਹੜਾ ਗਗਨਦੀਪ ਦਾ ਨਾਮ ਜਿੱਦਾਂ ਹੀ ਸਾਹਮਣੇ ਆਇਆ ਸੀ ਤਾਂ ਉਸ ਤੋਂ ਬਾਅਦ ਇਹ ਵੀ ਲਾਈਵ ਹੋਏ ਸੀ ਔਰ ਇਹਨਾਂ ਨੇ ਲਾਈਵ ਹੋ ਕੇ ਬਹੁਤ ਸਾਰੇ ਸਿਸਟਮ 'ਤੇ ਕੁਐਸਚਨ ਚੱਕੇ ਸੀ, ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀ। ਸੋ ਜਾਣਦੇ ਹਾਂ ਕੀ ਇਹ ਸਾਰਾ ਮਾਮਲਾ। ਸਤਿ ਸ਼੍ਰੀ ਅਕਾਲ ਸਰ। ਹਾਂ, ਨਮਸਕਾਰ ਸੰਦੀਪ ਜੀ। ਸਰ, ਕੀ ਮਾਮਲਾ ਹੈ? ਤੁਸੀਂ ਕੱਲ ਰਾਤ ਨੂੰ ਲਾਈਵ ਹੋਏ ਸੀ, ਬਹੁਤ ਸਾਰੇ ਤੁਸੀਂ ਸਿਸਟਮ ਤੇ ਸਵਾਲ ਚੱਕ ਦਿੱਤੇ ਹੈਗੇ ਹੈ, ਕੀ ਕਹਿਣਾ ਚਾਹੋਗੇ? ਸੰਦੀਪ ਜੀ, ਐਕਚੁਅਲੀ ਪਰਸੋਂ ਜਿਹੜਾ ਬੰਬ ਬਲਾਸਟ ਹੋਇਆ ਲੁਧਿਆਣਾ ਕੋਰਟ ਦੇ ਵਿੱਚ, ਉਹਦੇ ਵਿੱਚ ਮੈਂ ਆਪ ਉੱਥੇ ਮੌਜੂਦ ਸੀਗਾ। ਬਿਲਕੁਲ ਬੰਬ ਤੋਂ 20 ਫੁੱਟ ਜਿੱਥੇ ਬਲਾਸਟ ਹੋਇਆ ਵਾ, ਮੈਂ ਆਪਣੇ ਕਲਾਇੰਟਸ ਦੇ ਨਾਲ ਕੋਰਟ ਦੇ ਵਿੱਚੋਂ 354 ਦਾ ਇੱਕ ਕੇਸ ਸੀਗਾ, ਉਹਦੀ ਗਵਾਹੀ ਸੀਗੀ। ਕੁਦਰਤੀ ਸਟ੍ਰਾਈਕ ਹੋਣ ਕਰਕੇ ਉਸ ਗਵਾਹੀ ਦੇ ਵਿੱਚ ਡੇਟ ਪੈ ਗਈ, ਗਵਾਹੀ ਨਹੀਂ ਹੋਈ ਅਤੇ ਮੈਂ ਕੋਰਟ ਤੋਂ ਨਿਕਲ ਕੇ ਸਿਰਫ ਜਸਟ 20 ਫੁੱਟ ਅੱਗੇ ਹੀ ਆਇਆ ਸੀਗਾ ਜਦੋਂ ਪਿੱਛੋਂ ਬੰਬ ਬਲਾਸਟ ਹੋ ਗਿਆ। ਜੀ, ਪਹਿਲੇ ਤਾਂ ਅਸੀਂ ਵੀ ਸੋਚਦੇ ਰਹੇ, ਮੇਰੀਆਂ ਵੀ ਕਈ ਇੰਟਰਵਿਊਜ਼ ਆਈਆਂ ਨੇ, ਪਹਿਲੇ ਅਸੀਂ ਵੀ ਸੋਚਦੇ ਰਹੇ ਕਿ ਸ਼ਾਇਦ ਬੰਬ ਫਟਿਆ, ਪਰ ਹੌਲੀ ਹੌਲੀ ਆਰਡੀਐਕਸ 'ਤੇ ਆ ਗਏ ਜਿਵੇਂ ਪੁਲਿਸ ਨੇ ਕੀਤਾ। ਫਿਰ ਵੀ ਅਸੀਂ ਚਲੋ ਦੇਖਦੇ ਰਹੇ ਕਿ ਆਰਡੀਐਕਸ ਸੀਗਾ ਕਿੱਦਾਂ ਕੋਰਟ 'ਚ ਪਹੁੰਚ ਗਿਆ। ਮੈਂ ਵੀ ਤੁਹਾਨੂੰ ਵੀ ਦੱਸਿਆ ਸੀਗਾ ਵੀ ਹੋਰ ਵੀ ਇੰਟਰਵਿਊ 'ਚ ਹੋਈ ਗੱਲ ਕਿ ਬਹੁਤ ਵਾਰੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਰਿਕੁਐਸਟ ਕੀਤੀ ਹੈ ਕਿ ਕੋਰਟ ਦੀ ਜਿਹੜੀ ਹੈਗੀ ਆ ਸਿਕਿਉਰਿਟੀ ਵਧਾਈ ਜਾਵੇ। ਐਡਵੋਕੇਟਸ ਇੱਥੇ ਸਿਕਿਉਰ ਨਹੀਂ ਆ, ਬਹੁਤ ਸੌਫਟ ਟਾਰਗੇਟ ਹੈ, ਕਿਸੇ ਵੇਲੇ ਵੀ ਕੋਈ ਵੱਡਾ ਅਟੈਕ ਹੋ ਸਕਦਾ ਹੈ, ਪਰ ਕਦੇ ਵੀ ਪੁਲਿਸ ਨੇ ਧਿਆਨ ਨਹੀਂ ਦਿੱਤਾ। ਪਰ ਕੱਲ੍ਹ ਰਾਤ ਜਦੋਂ ਇਹ ਖੁਲਾਸਾ ਕੀਤਾ ਹੈ ਪੁਲਿਸ ਨੇ, ਪੰਜਾਬ ਪੁਲਿਸ ਨੇ ਖੁਲਾਸਾ ਕੀਤਾ ਕਿ ਉਹ ਖਾਲਿਸਤਾਨੀ ਨੈਟਵਰਕ ਇਹ ਬੰਬ ਬਲਾਸਟ ਦੇ ਪਿੱਛੇ ਹੈ ਅਤੇ ਜਿਹੜਾ ਗਗਨਦੀਪ ਸਿੰਘ ਉਹ ਖਾਲਿਸਤਾਨੀ ਟੈਰਰਿਸਟ ਦੇ ਨਾਲ ਅਟੈਚਡ ਹੈ ਪਾਕਿਸਤਾਨ ਤੋਂ, ਜਿਹਨੇ ਬੰਬ ਬਲਾਸਟ ਕਰਾਇਆ। ਉਸ ਵੇਲੇ ਤੋਂ ਬਾਅਦ ਮੇਰੇ ਮਤਲਬ ਕਿ ਬਹੁਤ ਮੁਸ਼ਕਿਲ ਹੋ ਗਿਆ ਵਾ ਮੈਨੂੰ ਆਪਣੇ ਆਪ ਨੂੰ ਸੰਭਾਲਣਾ, ਕਿਉਂਕਿ ਮੈਂ ਖੁਦ ਇਸ ਚੀਜ਼ ਦਾ ਵਿਕਟਮ ਹਾਂ। ਕਿਉਂਕਿ ਔਰ ਹੋ ਵੀ ਸਕਦਾ ਸੀ ਵੱਡਾ ਮੇਰੇ 'ਤੇ ਅਟੈਕ ਹੋ ਜਾਂਦਾ, ਕਿਉਂਕਿ ਮੇਰੇ ਕੋਲ ਮੈਂ ਤੁਹਾਨੂੰ ਦਿਖਾਉਂਦਾ ਵਾਂ, ਇਹ ਚੀਜ਼ ਸ਼ੁਰੂ ਹੋਈ ਸੀਗੀ ਜੂਨ ਮਹੀਨੇ ਦੇ ਵਿੱਚ, ਜਦੋਂ 5 ਜੂਨ ਨੂੰ ਮੈਂ ਫਸਟ ਆਪਣੀ ਇੱਕ ਕੰਪਲੇਂਟ ਡੀਜੀਪੀ ਸਾਹਿਬ, ਕਮਿਸ਼ਨਰ, ਸੀਐਮ ਪੰਜਾਬ ਨੂੰ ਇੱਕ ਪਾਈ ਸੀਗੀ ਕਿ ਇੱਕ ਮਰਡਰ ਹੋਇਆ ਸੀ ਗੁਰਦਾਸਪੁਰ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ, ਜਿਹਦੇ ਵਿੱਚ ਉਹਨੂੰ ਬੇਅਦਬੀ ਦਾ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਬੇਅਦਬੀ ਨਹੀਂ ਨਿਕਲੀ ਔਰ ਮਰਡਰ ਦਾ ਕੇਸ ਕਈ ਉੱਥੇ ਗੁਰਦੁਆਰਾ ਪ੍ਰਬੰਧਕਾਂ ਦੇ ਉੱਤੇ ਫਾਈਲ ਹੋਇਆ, ਜਿਹਦੇ 'ਚ 8-9 ਅਕਿਊਜ਼ ਨੇ ਔਰ ਉਹਦੇ 'ਚ ਇੱਕ ਮੇਨ ਜਿਹੜਾ ਅਕਿਊਜ਼ ਹੈ ਕਸ਼ਮੀਰ ਸਿੰਘ, ਜਿਹੜਾ ਖਾਲਿਸਤਾਨੀ ਮੰਨਿਆ ਜਾਂਦਾ ਵਾ ਔਰ ਕਈ ਖਾਲਿਸਤਾਨੀ ਐਕਟੀਵਿਟੀਜ਼ 'ਚੋਂ ਵਾਂਟਿਡ ਹੈ। ਉਹਦੇ ਵਿੱਚ ਇੱਕ ਬੰਦਾ ਰਾਜਪੁਰੇ ਤੋਂ ਖਾਲਿਸਤਾਨੀ ਐਕਟੀਵਿਸਟ ਹੈਗਾ ਵਾ ਪਰਵਾਨਾ,
ਉਹ ਬੰਦਾ ਬਹੁਤ ਹੋਟਲੀ ਐਕਟੀਵੇਟ ਹੋਇਆ ਉਸ ਕੇਸ ਦੇ ਵਿੱਚ, ਗੁਰਦਾਸਪੁਰ ਕਤਲकांड ਦੇ ਵਿੱਚ। ਉਹਨੇ ਲਾਈਵ ਆ ਕੇ ਧਮਕੀ ਦਿੱਤੀ ਕਿ ਜਿਹੜਾ ਵੀ ਬੰਦਾ ਰਾਜਪੁਰਾ, ਉਸ ਰਾਜਪੁਰੇ ਵਾਲੇ ਪਰਵਾਨੇ ਨੇ, ਕਿ ਜਿਹੜਾ ਬੰਦਾ ਗੁਰਦਾਸਪੁਰ ਕਤਲकांड ਦੇ ਵਿੱਚ ਜਿਹੜਾ ਡਿਜ਼ੀਜ਼ਡ ਬੰਦਾ ਵਾ ਜਿਹਨੂੰ ਮਾਰਿਆ ਗਿਆ ਸੀ ਉਹਦੀ ਕੋਈ ਹੈਲਪ ਕਰੇਗਾ ਤੇ ਅਸੀਂ ਉਹਨੂੰ ਸੌਦਾ ਲਾਵਾਂਗੇ। ਉਸ ਤੋਂ ਬਾਅਦ ਮੈਂ ਇੱਕ ਕੰਪਲੇਂਟ ਪਾਈ ਡੀਜੀਪੀ ਸਾਹਿਬ, ਸੀਐਮ ਸਾਹਿਬ, ਕਮਿਸ਼ਨਰ ਸਾਹਿਬ ਲੁਧਿਆਣਾ ਨੂੰ ਕਿ ਇੱਦਾਂ ਦਾ ਕਰਕੇ ਮੈਨੂੰ ਜਾਨ ਦਾ ਖਤਰਾ ਵਾ। ਮੈਂ ਉਹਦੇ 'ਚ ਅਪੇਅਰ ਹੋ ਰਿਹਾ ਵਾਂ। ਜਾਨ ਦਾ ਖਤਰਾ ਕਿਉਂ ਗਿਆ? ਵੈਸੇ ਅਸੀਂ ਐਡਵੋਕੇਟ ਹੈਗੇ ਹਾਂ, ਸਾਨੂੰ ਇੱਦਾਂ ਦੀ ਡਰਨ ਦੀ ਗੱਲ ਨਹੀਂ ਹੈ, ਕਿਉਂਕਿ ਅਸੀਂ ਤਾਂ ਲੀਗਲ ਪ੍ਰੋਫੈਸ਼ਨਲ, ਅਸੀਂ ਆਪਣੇ ਕੰਮ ਲਈ ਜਾਂਦੇ ਹਾਂ। ਪਰ ਕਿਉਂਕਿ ਇੱਥੋਂ ਗੁਰਦਾਸਪੁਰ ਜਾਣਾ ਹੁੰਦਾ ਔਰ ਉੱਥੇ ਉਹ ਸਾਰੇ ਇਕੱਠੇ ਹੋ ਕੇ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਮੈਨੂੰ ਕਾਲਸ ਆਈਆਂ ਕਿ ਭਾਈ ਵੀ ਇਸ ਕੇਸ ਦੇ ਵਿੱਚ ਨਹੀਂ ਅਪੇਅਰ ਹੋਣਾ। ਫਿਰ ਮੈਂ ਥੋੜ੍ਹਾ ਜਿਹਾ ਇਹਨੂੰ ਸੀਰੀਅਸਲੀ ਲਿਆ। ਔਰ ਸਭ ਤੋਂ ਵੱਡੀ ਗੱਲ, ਉਹੀ ਬੰਦਾ 16-17 ਜੂਨ ਨੂੰ ਪਰਵਾਨਾ ਲੁਧਿਆਣਾ ਡਿਸਟ੍ਰਿਕਟ ਕੋਰਟ ਦੇ ਵਿੱਚ ਹਥਿਆਰਾਂ ਦੇ ਨਾਲ ਪਾਰਕਿੰਗ ਦੇ ਵਿੱਚ ਮੇਰਾ ਨਾਮ ਉਹ ਪੁੱਛਦਾ ਪਤਾ ਲੱਗਿਆ। ਮੈਨੂੰ ਥੱਲੋਂ ਕਾਲ ਆਈ ਪਾਰਕਿੰਗ ਦੇ ਵਿੱਚੋਂ, ਕਿਸੇ ਪਾਰਕਿੰਗ ਸਟਾਫ ਦੀ ਜਾਂ ਸ਼ਾਇਦ ਕਲਾਇੰਟ ਦੀ ਸੀਗੀ। ਉਹਨਾਂ ਨੇ ਮੈਨੂੰ ਕਾਲ ਕੀਤੀ ਇੱਦਾਂ ਦਾ ਕਰਕੇ ਵੀ ਕੁਛ ਨਿਹੰਗ ਬੰਦੇ 4-5 ਹੈਗੇ ਨੇ, ਦੇ ਆਰ ਵਿਦ ਵੈਪਨਸ, ਅਤੇ ਉਹ ਥੱਲੋਂ ਪੁੱਛ ਰਹੇ ਨੇ ਕਿ ਇੱਦਾਂ ਦਾ ਕਰਕੇ ਵਕੀਲ ਸਾਹਿਬ ਦਾ ਕੈਬਿਨ ਖੜ੍ਹਾ ਵਾ। ਮੈਂ ਉਸੇ ਵੇਲੇ ਆਪਣੇ ਕੋਰਟ ਕੰਪਲੈਕਸ ਦੀ ਛੱਤ ਦੇ ਉੱਤੇ ਜਾ ਕੇ ਬੈਠਾ ਵਾਂ, ਕਿਉਂਕਿ ਹੋਰ ਤਾਂ ਕਿਤੇ ਜਾਣ ਦਾ ਰਸਤਾ ਨਹੀਂ ਸੀਗਾ। ਅਤੇ ਮੈਂ ਉੱਥੋਂ ਡੀਜੀਪੀ ਸਾਹਿਬ, ਡੀਜੀਪੀ, ਸੀਐਮ ਲੁਧਿਆਣਾ, ਕਮਿਸ਼ਨਰ ਲੁਧਿਆਣਾ ਨੂੰ ਇੱਕ ਮੇਲ ਕੀਤੀ, ਸੀਪੀ ਲੁਧਿਆਣਾ ਕਮਿਸ਼ਨਰ ਆਫ ਪੁਲਿਸ ਨੂੰ, ਕਿ ਇੱਦਾਂ ਦਾ ਕਰਕੇ ਮੈਂ ਇੱਕ ਐਪਲੀਕੇਸ਼ਨ ਦਿੱਤੀ ਹੋਈ ਆ ਟੂ ਟੇਕ ਲੀਗਲ ਐਕਸ਼ਨ ਐਂਡ ਚੈੱਕ ਲੀਗਲ ਸਟੇਟਸ ਆਫ ਹਾਰਮਫੁਲ ਵੈਪਨਸ ਗਨਸ ਕੈਰੀਡ ਬਾਏ man named Parwana from Rajpura and his group entered in the court Ludhiana court complex premises today on 17/6/21। ਇਹ ਮੈਂ ਮੇਲ ਕੀਤੀ ਜਦੋਂ ਉਹ ਬੰਦੇ ਕੋਰਟ ਦੇ ਅੰਦਰ ਵੜੇ ਨੇ। ਉਸ ਤੋਂ ਬਾਅਦ ਮੈਂ ਛੱਤ ਦੇ ਉੱਤੇ ਬੈਠਾ ਹੋਇਆ ਸੀਗਾ, ਛੱਤ ਦੇ ਉੱਤੋਂ ਮੈਂ ਉਹਨਾਂ ਨੂੰ ਓਬਜ਼ਰਵ ਕਰ ਰਿਹਾ ਸੀਗਾ। ਅਤੇ ਜਦੋਂ ਮੈਨੂੰ ਉਹ ਪਾਰਕਿੰਗ 'ਚੋਂ ਵਾਪਸ ਬਾਹਰ ਜਾਂਦੇ ਨਜ਼ਰ ਆਏ ਨੇ, ਫਿਰ ਮੈਂ ਉਸ ਤੋਂ ਬਾਅਦ ਇਹ ਮੇਲ ਕੀਤੀ, ਕਿਉਂਕਿ ਮੈਂ ਉਸ ਵੇਲੇ ਚੌਂਕੀ ਵੀ ਨਹੀਂ ਜਾ ਸਕਦਾ ਸੀਗਾ ਉਤਰ ਕੇ, ਕਿਉਂਕਿ ਮੈਨੂੰ ਡਰ ਸੀਗਾ ਕਿ ਮੈਂ ਨੀਚੇ ਉਤਰਿਆ ਅਤੇ ਮੈਂ ਕਿਤੇ ਸਹੀ 'ਚ ਮੈਨੂੰ ਇਹ ਲੱਭ ਰਹੇ ਹੋਣ ਅਤੇ ਮੈਂ ਨਾ ਇਹਨਾਂ ਦੇ ਕਾਬੂ ਆ ਜਾਵਾਂ। ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਅੱਜ ਕੱਲ੍ਹ ਸੌਦੇ ਤੋਂ ਥੱਲੇ ਗੱਲ ਨਹੀਂ ਕਰਦੇ, ਜਿਹਦਾ ਦੇਖਦੇ ਨੇ ਗਲਾ ਕੱਟ ਦਿੰਦੇ ਨੇ, ਜਿਹਨੂੰ ਦੇਖਦੇ ਮਾਰ ਦਿੰਦੇ ਆ। ਇਹੀ ਪਰਵਾਨਾ ਤੁਸੀਂ ਦੇਖਿਆ ਹੋਣਾ ਆ 10-5 ਦਿਨ ਪਹਿਲੇ ਕਪੂਰਥਲਾ ਕਤਲकांड ਦੇ ਵਿੱਚ, ਜਿਸ 'ਚ ਉਸ ਗਰੀਬ ਬੱਚੇ ਨੂੰ ਮਾਰਿਆ ਇਹਨਾਂ ਨੇ ਇਹੀ ਬੇਅਦਬੀ ਦੇ ਨਾਮ 'ਤੇ। ਇਹੀ ਪਰਵਾਨਾ ਐਸਪੀ ਸਾਹਿਬ ਨੂੰ ਧੱਕੇ ਮਾਰ ਕੇ ਧਮਕਾ ਰਿਹਾ ਸੀਗਾ। ਉਸ 'ਚ ਬਕਾਇਦਾ ਵੀਡੀਓ ਆਈ ਹੈ ਕਿ ਅਸੀਂ ਇਹਨੂੰ ਮਾਰਨਾ ਵਾ, ਜਾਂ ਤਾਂ ਤੁਸੀਂ ਮਾਰ ਦਿਓ ਜਾਂ ਸਾਡੇ ਹੱਥ ਫੜਾ ਦਿਓ, ਨਹੀਂ ਤਾਂ ਅਸੀਂ ਪੁਲਿਸ ਨੂੰ ਵੀ ਕੁਛ ਨਹੀਂ ਸਮਝਦੇ ਅਤੇ ਅਸੀਂ ਇਸ ਬੰਦੇ ਨੂੰ ਮਾਰਨਾ, ਅਤੇ ਜਿਹਨੂੰ ਬਾਅਦ 'ਚੋਂ ਮਾਰ ਦਿੱਤਾ ਗਿਆ ਜੀ। ਉਸ ਤੋਂ ਬਾਅਦ ਮੈਂ ਮੇਲ ਕੀਤੀ ਹੈ, ਕੋਈ ਰਿਸਪੌਂਸ ਨਹੀਂ, ਕੋਈ ਕੁਛ ਨਹੀਂ। ਮੈਂ ਆਪਣੀ ਚੌਂਕੀ ਦੇ ਵਿੱਚ ਨੋਟ ਕਰਾਤਾ। ਉਸ ਤੋਂ ਬਾਅਦ ਕਿਉਂਕਿ ਮੈਂ ਮੇਲ ਨਾਲ ਨੋਟ ਕਰਾਤੀ ਸੀਗੀ, ਉੱਥੋਂ ਮੈਨੂੰ ਕਿਹਾ ਗਿਆ ਕਿ ਵੀ ਠੀਕ ਹੈ ਜੀ, ਤੁਸੀਂ ਕੰਪਲੇਂਟ ਤਾਂ ਕਰ ਹੀ ਦਿੱਤੀ, ਆ ਜਾਏਗੀ। ਕੁਛ ਦਿਨਾਂ ਬਾਅਦ ਮੈਨੂੰ CID ਅਤੇ ਇੰਟੈਲੀਜੈਂਸ ਤੋਂ ASI ਸਾਹਿਬ ਆਏ ਨੇ ਮੇਰੇ ਬਿਆਨ ਲੈਣ ਇਸ ਕੰਪਲੇਂਟ ਦੇ ਉੱਤੇ। ਸਾਰਿਆਂ ਨੂੰ UID ਨੰਬਰ ਲੱਗ ਗਏ। ਉਹ ਲੈਣ ਤੋਂ ਬਾਅਦ ਮੈਂ ਖੁਦ ਉਹਨਾਂ ASI ਸਾਹਿਬ ਨੂੰ, ਜਿਨ੍ਹਾਂ ਮੇਰੇ ਬਿਆਨ ਲੈਣ ਆਏ ਨੇ CID ਵਾਲੇ ਅਤੇ ਇੰਟੈਲੀਜੈਂਸ ਵਾਲੇ, ਉਹਨਾਂ ਨੂੰ ਪੂਰੀ ਕੋਰਟ ਦਾ ਚੱਕਰ ਲਗਵਾਇਆ। ਮੈਂ ਖੁਦ ਪੌੜੀਆਂ ਤੋਂ 8ਵੀਂ ਮੰਜ਼ਿਲ ਤੋਂ ਲੈ ਕੇ ਥੱਲੇ ਤੱਕ ਉਹਨਾਂ ਦੇ ਨਾਲ ਜਾ ਕੇ ਉਹਨਾਂ ਨੂੰ ਕੋਰਟ ਦਾ ਚੱਕਰ ਲਗਵਾਇਆ ਕਿ ਆਹ ਸਾਰੀ ਕੋਰਟ ਹੈ, ਸਾਰੀ ਖਾਲੀ ਹੈ, ਕੋਈ ਸਿਕਿਉਰਿਟੀ ਇੱਥੇ ਹੈ ਨਹੀਂ, ਔਰ ਇੱਥੇ ਖਾਲਿਸਤਾਨੀ ਬੰਦੇ, ਇੱਥੇ ਕ੍ਰਿਮੀਨਲ ਬੰਦੇ, ਟੈਰਰਿਸਟ ਇੱਥੇ ਸ਼ਰੇਆਮ ਤੁਰੇ ਹੋਏ ਨੇ, ਇੱਥੇ ਦਿਖਦੇ ਨੇ, ਜਿਹੜੇ ਸਾਨੂੰ ਪਤਾ ਵੀ ਆਹ ਬੰਦਾ ਇਸ ਕ੍ਰਿਮੀਨਲ ਐਕਟੀਵਿਟੀ 'ਚ ਇਨਵੋਲਵ ਹੈ। ਕਿਉਂਕਿ ਠੀਕ ਹੈ, ਸਾਡੀ ਆਪਣੀ ਐਡਵੋਕੇਟ ਬਰਾਦਰੀ ਹੈ, ਸਾਡੇ ਹੀ ਕੋਰਟ ਦੇ ਵਿੱਚ, ਸਾਡੇ ਹੀ ਕੰਪਲੈਕਸ ਦੇ ਵਿੱਚ ਰਾਜੋਆਨਾ ਦੇ ਵਕੀਲ ਵੀ ਬੈਠਦੇ ਨੇ, ਜਿਹੜਾ ਟੌਪ ਮੋਸਟ ਟੈਰਰਿਸਟ ਮੰਨਿਆ ਜਾਂਦਾ ਵਾ ਇਸ ਵੇਲੇ ਇੰਡੀਆ ਦੇ ਵਿੱਚ। ਰਾਜੋਆਨਾ ਦੇ ਵਕੀਲ ਬੈਠਦੇ ਨੇ। ਹੋਰ ਕਈ ਟੈਰਰਿਸਟ ਨੇ ਜਿਹੜੇ NIA ਕੇਸ ਦੇ ਵਿੱਚ ਇਨਵੋਲਵ ਨੇ, ਇਹਨਾਂ ਮਰਡਰਸ ਦੇ ਵਿੱਚ, ਜਿਹੜੇ 8-9 ਮਰਡਰਸ ਹੋਏ ਸੀ ਪੰਜਾਬ ਦੇ ਵਿੱਚ। ਉਹਨਾਂ ਦੇ ਐਡਵੋਕੇਟ ਵੀ ਸਾਡੇ ਹੀ ਮੇਰੇ ਫਲੋਰ ਦੇ ਨਾਲ ਦੀ ਫਲੋਰ ਦੇ ਉੱਤੇ ਬੈਠਦੇ ਨੇ। ਠੀਕ ਹੈ, ਉਹ ਐਡਵੋਕੇਟ ਬ੍ਰਦਰ ਨੇ, ਪਰ ਕਿਉਂਕਿ ਉਹਨਾਂ ਦੇ ਕਲਾਇੰਟ ਨੇ ਰੈਗੂਲਰ, ਉਹਨਾਂ ਟੈਰਰਿਸਟ ਦਾ, ਉਹਨਾਂ ਟੈਰਰਿਸਟ ਦੇ ਸਪੋਰਟਰਸ ਦਾ, ਉਹਨਾਂ ਟੈਰਰਿਸਟ ਦੀ ਫੈਮਲੀਜ਼ ਦਾ ਉਹਨਾਂ ਕੋਲੋਂ ਆਉਣਾ ਜਾਣਾ ਹੁੰਦਾ। ਮੇਰੇ ਕੈਬਿਨ ਦੇ ਵਿੱਚ ਕਈ ਵਾਰੀ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕੀਤੀ ਗਈ ਆ। ਬਾਅਦ 'ਚੋਂ ਜਦੋਂ ਦੇਖਿਆ ਅੰਦਰ ਬੰਦੇ ਬੈਠੇ ਨੇ, ਕਲਾਇੰਟ ਬੈਠੇ ਨੇ, ਫਿਰ ਨਹੀਂ ਜੀ ਗਲਤੀ ਨਾਲ ਆ ਗਏ। ਪਰ ਸਾਨੂੰ ਪਤਾ ਹੁੰਦਾ ਵੀ ਇਹ ਬੰਦਾ ਇੰਟੈਂਸ਼ਨਲੀ ਕੀ ਕਰ ਰਿਹਾ। ਕਈ ਵਾਰੀ ਕਾਲਸ ਆਉਂਦੀਆਂ ਨੇ, ਝੂਠੀਆਂ ਕਾਲਸ ਆਉਂਦੀਆਂ ਨੇ ਵੀ ਜੀ ਕੇਸ ਲੈ ਕੇ ਆਉਣਾ ਤੁਹਾਡੇ ਕੋਲੋਂ, ਤੁਸੀਂ ਕਿੱਥੇ ਹੋ ਦੱਸੋ। ਫਿਰ ਮੈਂ ਕਿ ਇੰਨਾ ਕੁ ਮੈਂਟਲੀ ਇਹਨਾਂ ਨੇ ਸਟ੍ਰੈਸ ਕੀਤਾ ਹੋਇਆ ਕਿ ਫਿਰ ਅਸੀਂ ਇਹ ਨਹੀਂ ਦੱਸ ਸਕਦੇ ਵੀ ਅਸੀਂ ਕਿੱਥੇ ਬੈਠੇ ਹਾਂ, ਜਾਂ ਵੀ ਜੇ, ਕਿਉਂਕਿ ਜਿਹੜਾ ਬੰਦਾ ਆਪਣਾ ਹੁੰਦਾ ਉਹ ਆ ਹੀ ਜਾਂਦਾ ਹੈ।
ਹੁਣ ਇਹ ਜਿਹੜੀ 17/6 ਦੀ ਮੇਰੀ ਕੰਪਲੇਂਟ ਸੀਗੀ ਉਹ ਕਰਦੇ ਮੇਰੀ ਲਾਸਟ JCP ਸਾਹਿਬ ਕੋ ਆ ਗਈ, ਜੁਆਇੰਟ ਕਮਿਸ਼ਨਰ ਚੇਲੀਅਨ ਸਾਹਿਬ ਕੋ ਆ ਗਈ। ਮੈਂ ਚੇਲੀਅਨ ਸਾਹਿਬ ਨੂੰ ਇਹਦੇ ਲਈ 4 ਵਾਰ ਮਿਲਿਆ ਵਾਂ ਜਾ ਕੇ। 4 ਵਾਰ ਹੀ ਮਿਲਣ ਦੇ ਬਾਵਜੂਦ ਵੀ ਚੇਲੀਅਨ ਸਾਹਿਬ ਦਾ ਰਿਪਲਾਈ ਮੈਨੂੰ ਇਹ ਸੀਗਾ, ਨਹੀਂ ਜੀ कोई इदां दी गल नहीं है, मेरे हाथ में कुछ नहीं है, मैं आपको सिक्योरिटी नहीं प्रोवाइड कर सकता। अगर आपको सिक्योरिटी लेनी है तो हमें पे कीजिए 50-60 हज़ार रुपया जो हमारी रेगुलर बंदे की पे है, वो पे करके हम आपको अलाउ करेंगे। इट मीनस कि चेलियन साहब किते दा मानते पे सीगे कि ये थ्रैट है ਤਾਂ ਹੀ ਉਹ ਅਲਾਓ ਕਰਦੇ ਨੇ, ਨਹੀਂ ਤਾਂ ਹਰ ਬੰਦੇ ਨੂੰ ਉਹ ਵੀ ਨਹੀਂ ਅਲਾਓ ਕਰਦੇ। ਹੁਣ ਇੱਕ ਐਡਵੋਕੇਟ ਜਿਹੜਾ ਬੰਦਾ ਡੇਲੀ ਕਮਾ ਕੇ ਖਾਣ ਵਾਲਾ ਹੈ, ਉਹ ਆਪਣੇ ਆਪ ਨੂੰ ਸਿਕਿਉਰ ਕਰਨ ਲਈ ਇਹਨਾਂ ਨੂੰ 50-60 ਹਜ਼ਾਰ ਰੁਪਇਆ ਮਹੀਨਾ ਕਿੱਥੋਂ ਪੇ ਕਰੇ। ਚਲੋ ਮੈਂ ਚੇਲੀਅਨ ਸਾਹਿਬ ਨੂੰ ਮਿਲਿਆ, ਮੈਂ ਪਹਿਲੇ CP ਸੀਗੇ ਲੁਧਿਆਣਾ ਰਕੇਸ਼ ਅਗਰਵਾਲ, ਉਹਨਾਂ ਨੂੰ 2 ਵਾਰੀ ਮਿਲਿਆ। ਉਸ ਤੋਂ ਬਾਅਦ CP ਨੌਨਿਹਾਲ ਆ ਗਏ, ਮੈਂ ਉਹਨਾਂ ਨੂੰ ਮਿਲਿਆ। ਉਹਨਾਂ ਨੇ ਮੇਰੇ ਇਸ ਐਪਲੀਕੇਸ਼ਨ ਨੂੰ, ਮੇਰੇ ਇਸ ਐਪਲੀਕੇਸ਼ਨ ਦੇ ਬਿਆਨਾਂ ਨੂੰ, ਜਿਹੜੇ ਉਹ IO ਸੀਗੇ CID ਦੇ, ਉਹਨਾਂ ਨੂੰ ਸੀਰੀਅਸਲੀ ਲਿੱਤਾ। ਉਹਨਾਂ ਨੇ ਉਹਨੂੰ IB ਦੀ ਮੀਟਿੰਗ ਦੇ ਵਿੱਚ ਰੱਖ ਲਿਆ ਮੇਰੀ ਫਾਈਲ ਨੂੰ। ਪਰ ਜਿਸ ਦਿਨ ਬੁੱਧਵਾਰ ਨੂੰ IB ਦੀ ਮੀਟਿੰਗ ਹੋਣੀ ਸੀਗੀ, ਉਹ ਸੇਮ ਬੁੱਧਵਾਰ ਨੂੰ ਉਹਨਾਂ ਦੀ ਬਦਲੀ ਹੋ ਗਈ ਲੁਧਿਆਣਾ ਤੋਂ। ਮੈਂ ਫਿਰ ਮੇਰੀ ਐਪਲੀਕੇਸ਼ਨ ਰਹਿ ਗਈ, ਮੈਂ ਫਿਰ ਉਹੀ ਐਪਲੀਕੇਸ਼ਨ ਕੀ ਆ, ਬੰਦੇ ਆ ਰਹੇ ਨੇ, ਥ੍ਰੈਟ ਆ ਰਹੇ ਨੇ। ਇਨ ਬਿਟਵੀਨ ਅਗਸਤ ਦੇ ਵਿੱਚ ਮੈਨੂੰ ਪਾਕਿਸਤਾਨ ਤੋਂ ਕਾਲ ਆ ਰਹੀ ਹੈ। ਮੈਨੂੰ ਪਾਕਿਸਤਾਨ ਦੇ ਇਹ ਨੰਬਰ ਮੈਂ ਦਿੱਤੇ ਹੋਏ ਨੇ ਉਹਨਾਂ ਨੂੰ ਵੀ, ਮੈਂ ਬਕਾਇਦਾ ਉਹਦੀਆਂ ਸਕਰੀਨਸ਼ਾਟ ਲੈ ਕੇ ਮੈਂ ਤੁਹਾਨੂੰ ਦਿਖਾਉਂਦਾ ਵਾਂ। ਮਤਲਬ ਪਾਕਿਸਤਾਨ ਤੱਕ ਤੋਂ ਤੁਹਾਨੂੰ ਕਾਲਸ ਆ ਗਏ? ਹਾਂਜੀ, ਮੈਂ ਇਹੀ ਦਿਖਾ ਰਿਹਾ ਤੁਹਾਨੂੰ ਮੈਂ, ਕਿਉਂਕਿ ਇਹ ਚੀਜ਼ ਆ ਪਾਕਿਸਤਾਨ ਦੇ ਨੰਬਰ ਨੇ। ਇਹ ਮੈਨੂੰ ਕਾਲ ਆਈ 19 ਅਗਸਤ ਨੂੰ ਜੀ। ਤੇ ਇਹਨਾਂ ਨੇ ਕੀ ਕਿਹਾ ਤੁਹਾਨੂੰ ਜਦੋਂ ਕਾਲ ਆਈਆਂ ਤਾਂ? ਦੇਖੋ, ਪਾਕਿਸਤਾਨ ਦੇ ਨੰਬਰ ਤੋਂ ਕਾਲ ਆਣੀ ਪਤਾ ਹੀ ਹੁੰਦਾ ਵੈ। ਸਿਰਫ ਇੱਕ ਮੈਂ ਇਹਨਾਂ ਦੀ ਕਾਲ ਪਿਕ ਕੀਤੀ ਸੀਗੀ। ਪਹਿਲੇ ਮੈਂ ਇਹਨਾਂ ਦੀ ਕਾਲ ਮਿਸ ਕੀਤੀ 4:41 'ਤੇ ਜੀ। ਫਿਰ 4:45 'ਤੇ ਮੈਂ ਇਹਨਾਂ ਦੀ ਕਾਲ ਪਿਕ ਕੀਤੀ ਤਾਂ ਮੈਨੂੰ ਇਹਨੇ ਧਮਕੀ ਦਿੱਤੀ ਹੈ ਕਿ ਤੂੰ ਬੰਦਾ ਬਣ ਜਾ ਜੇ ਜਿੰਦਾ ਰਹਿਣਾ। ਇੰਨੀ ਕੁ ਗੱਲ ਹੋਈ ਹੈ ਅਤੇ ਮੈਂ ਨਾਲ ਹੀ ਫੋਨ ਇਹਦਾ ਬੰਦ ਕਰਤਾ। ਫਿਰ 5 ਮਿੰਟ ਬਾਅਦ ਮੈਨੂੰ ਇਹਦੀ ਕਾਲ ਆਈ ਹੈ 4:50 ਦੇ ਉੱਤੇ, ਮੈਂ ਪਿਕ ਨਹੀਂ ਕੀਤੀ। ਉਸ ਤੋਂ ਬਾਅਦ ਮੈਂ ਨੰਬਰ ਬਲੌਕ 'ਤੇ ਕਰਤਾ। ਫਿਰ ਮੈਨੂੰ ਇੱਕ ਵਾਰੀ ਕਾਲ ਆਈ ਹੈ +99 ਨੰਬਰ ਤੋਂ, +99 ਨੰਬਰ ਤੋਂ ਇਹ ਕਾਲਸ ਆਈਆਂ ਨੇ ਮੈਨੂੰ। ਇਹ ਵੀ ਇਹੀ ਧਮਕੀਆਂ ਦਿੰਦੇ ਸੀਗੇ ਕਿ ਤੂੰ ਬੰਦਾ ਬਣ ਜਾ, ਇਹਨਾਂ ਕੇਸਾਂ ਦੇ ਵਿੱਚੋਂ ਬਾਹਰ ਆ ਜਾ, NIA ਦਾ ਕੇਸ, ਮਰਡਰ ਕੇਸ ਵੀ ਤੂੰ ਇਹਨਾਂ ਦੀ ਹੈਲਪ ਕਰ ਰਿਹਾ। ਮੈਂ ਇਹਨਾਂ ਨੂੰ ਵੀ ਕਿਹਾ ਵੀ ਮੈਂ ਤਾਂ ਐਜ਼ ਐਡਵੋਕੇਟ ਕਰ ਰਿਹਾ, ਵੀ ਮੇਰਾ ਕੋਈ ਇੰਨਾ ਤੁਹਾਡੇ ਨਾਲ ਕੋਈ ਉਹ ਨਹੀਂ ਹੈ, ਜਾਤੀ ਰੰਜਿਸ਼ ਨਹੀਂ ਹੈ। ਮੈਂ ਤਾਂ ਐਜ਼ ਐਡਵੋਕੇਟ NIA ਦੇ ਕੇਸ 'ਚ ਤਾਂ ਉਹ 'ਚ ਅਪੀਅਰ ਹੋ ਰਿਹਾ। ਇਹੀ ਸੇਮ ਚੀਜ਼ ਮੈਂ ਜੁਆਇੰਟ ਕਮਿਸ਼ਨਰ ਆਫ ਪੁਲਿਸ ਭੁੱਲਰ ਸਾਹਿਬ ਨੂੰ ਮਿਲ ਕੇ ਗਈ। ਭੁੱਲਰ ਸਾਹਿਬ ਨੇ ਮੈਨੂੰ ਇਹ ਕਹਿਤਾ, ਨਹੀਂ ਜੀ ਸਾਡੇ ਹੱਥ 'ਚ ਨਹੀਂ ਹੈ, ਤੁਸੀਂ ਇੱਕ ਕੰਮ ਕਰੋ, ਤੁਸੀਂ ਚੰਡੀਗੜ੍ਹ ਜਾਓ, ਚੰਡੀਗੜ੍ਹ ਜਾ ਕੇ ADGP ਸਿਕਿਉਰਿਟੀ ਨੂੰ ਮਿਲੋ, ਉਹੀ ਤੁਹਾਡਾ ਹੱਲ ਕਰ ਸਕਦੇ ਨੇ। ਇਹ ਉਹ ਭੁੱਲਰ ਸਾਹਿਬ ਭੁੱਲ ਗਏ ਕਿ ਤੁਸੀਂ ਐਜ਼ ਪੁਲਿਸ ਆਫਿਸਰ ਤੁਸੀਂ ਵੈਲ ਟ੍ਰੇਨਡ ਹੈਗੇ ਹੋ ਕਿਸੇ ਵੀ ਇੱਦਾਂ ਦੀ ਕ੍ਰਿਮੀਨਲ ਐਕਟੀਵਿਟੀ ਦਾ ਸਾਹਮਣਾ ਕਰਨ ਲਈ। ਤੁਸੀਂ 10-10 15-15 ਗਨਮੈਨ ਰੱਖ ਰਹੇ ਹੋ ਨਾਲ। ਅਗਰ ਤੁਹਾਡੀ ਸਿਕਿਉਰਿਟੀ ਲਈ ਤੁਹਾਨੂੰ 15 ਗਨਮੈਨ ਚਾਹੀਦੇ ਨੇ, ਮੇਰੇ ਵਰਗਾ ਇੱਕ ਸਿਵੀਲੀਅਨ ਬੰਦਾ ਜਿਹਦੀ ਤੁਸੀਂ ਬੰਦੂਕ ਵੀ ਵਾਪਸ ਮੰਗ ਰਹੇ ਹੋ ਇਸ ਵੇਲੇ ਇਲੈਕਸ਼ਨਾਂ ਦੇ ਵਿੱਚ, ਅਸੀਂ ਆਪਣੇ ਆਪ ਨੂੰ ਸਿਕਿਉਰਿਟੀ ਕਿੱਦਾਂ ਪ੍ਰੋਵਾਈਡ ਕਰਾਈਏ? ਤੁਸੀਂ ਕਹਿੰਦੇ ਹੋ ਵੀ ਪੁਲਿਸ ਸਿਕਿਉਰਿਟੀ ਪ੍ਰੋਵਾਈਡ ਕਰਾਏਗੀ। ਪੁਲਿਸ ਇਸ ਤਰੀਕੇ ਨਾਲ ਸਿਕਿਉਰਿਟੀ ਪ੍ਰੋਵਾਈਡ ਕਰਾਏਗੀ ਕਿ ਬੰਬ ਸਾਡੇ ਘਰ ਦੇ ਅੰਦਰ ਆ ਕੇ ਫਿੱਟ ਕਰ ਦਿੱਤਾ ਗਿਆ ਕੋਰਟ ਦੇ ਵਿੱਚ। ਅਸੀਂ ਹੁਣ ਉਹ ਕੋਰਟ ਛੱਡ ਕੇ ਅਸੀਂ ਕਿੱਥੇ ਜਾਈਏ? ਅਸੀਂ ਕਿੱਥੋਂ ਰੋਟੀ ਖਾਈਏ? ਅਸੀਂ ਕਿੱਥੇ ਕੰਮ ਕਰੀਏ ਜੇ ਕੋਰਟ ਵੀ ਸਿਕਿਉਰ ਨਹੀਂ ਹੈ? ਇਹ ਪੁਲਿਸ ਵਾਲੇ ਮੈਨੂੰ ਕਹਿੰਦੇ ਰਹੇ ਕਿ ਅਸੀਂ ਤੁਹਾਨੂੰ ਸਿਕਿਉਰ ਕਰ ਰਹੇ ਹਾਂ, ਅਸੀਂ ਹੈਗੇ ਹਾਂ, ਤੁਸੀਂ ਤੁਹਾਨੂੰ ਸਿਕਿਉਰਿਟੀ ਦੀ ਲੋੜ ਨਹੀਂ, ਵੀ ਅਸੀਂ ਉੱਥੇ ਚੌਂਕੀ ਬਣਾਈ ਹੋਈ ਹੈ। ਉਹ ਅੱਜ ਚੌਂਕੀ ਕਿੱਥੇ ਗਈ? ਅੱਜ ਸਿਕਿਉਰਿਟੀ ਕਿੱਥੇ ਗਈ? ਇਹੀ ਜੁਆਇੰਟ ਕਮਿਸ਼ਨਰ ਸਾਹਿਬ ਜਿਨ੍ਹਾਂ ਦੇ ਨਾਲ 10 ਗਨਮੈਨ ਤੁਰੇ ਫਿਰਦੇ ਨੇ, ਇਹ ਆਪਣੇ ਆਪ ਨੂੰ ਸਿਕਿਉਰ ਨਹੀਂ ਕਰ ਸਕਦੇ ਤੇ ਸ਼ਹਿਰ ਨੂੰ ਕੀ ਸਿਕਿਉਰ ਕਰਨਗੇ? ਇਹ ਛੱਡਣ, ਜੇ ਇਹਨਾਂ ਕੋਲੋਂ ਕਮੀ ਹੈ ਬੰਦਿਆਂ ਦੀ, ਜੇ ਸਾਨੂੰ ਸਿਕਿਉਰ ਨਹੀਂ ਕਰ ਸਕਦੇ ਤੇ ਆਪਣੇ 10 ਗਨਮੈਨ ਛੱਡਣ। ਇਹ ਆਪਣੇ ਆਪ 'ਚ ਕੈਪੇਬਲ ਬੰਦੂਕਾਂ ਲੈ ਕੇ ਤੁਸੀਂ ਤੁਰੇ ਫਿਰਦੇ ਹੋ। ਜੁਆਇੰਟ ਕਮਿਸ਼ਨਰ ADGP, ਤੁਸੀਂ ਆਪਣੇ ਨਾਲ 10-10 ਗਨਮੈਨ ਕਿਉਂ ਰੱਖੇ ਹੋਏ ਨੇ? ਠੀਕ ਹੈ, ਤੁਸੀਂ ਮੈਨੂੰ ਉਸ ਵੇਲੇ ਕਿਹਾ ਵੀ ਅਸੀਂ ਆਪੇ ਸਿਕਿਉਰ ਕਰਾਂਗੇ ਜੀ, ਤੁਹਾਨੂੰ ਡਰ ਨਹੀਂ ਹੈ ਸਾਡੇ ਹੁੰਦੇ ਹੋਏ। ਜੇ ਮੈਨੂੰ ਡਰ ਨਹੀਂ ਹੈ ਤੇ ਫਿਰ ਇਹ ਅੱਜ ਲੁਧਿਆਣਾ ਕੋਰਟ ਦੇ ਵਿੱਚ ਮੇਰੇ ਤੋਂ 20 ਫੁੱਟ ਬੰਬ ਬਲਾਸਟ ਕਿੱਦਾਂ ਹੋ ਗਿਆ? ਸਰ, ਹੁਣ ਜਿਹੜੀਆਂ ਗੱਲਾਂ ਆ ਰਹੀਆਂ ਅੱਜ ਦੇ ਟਾਈਮ 'ਚ, ਹੁਣ ਤਾਂ DGP ਸਾਹਿਬ ਨੇ ਵੀ ਕਲੀਅਰ ਕਰਤਾ ਕਿ RDX ਵਰਗੀ ਚੀਜ਼ ਵੀ ਕੋਰਟ ਕੰਪਲੈਕਸ ਦੇ ਵਿੱਚ RDX ਵਰਗੀ, ਔਰ ਘੱਟ RDX ਨਹੀਂ, ਇਹ ਵੀ ਕਿਹਾ ਜਾ ਰਿਹਾ, ਜੋ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਲਗਭਗ 2 ਕਿਲੋ ਦੇ ਆਸ-ਪਾਸ RDX ਸੀਗਾ। ਤਾਂ ਇੰਨੀ ਮਾਤਰਾ 'ਚ RDX ਕੋਰਟ ਦੇ ਅੰਦਰ ਪਹੁੰਚਣਾ ਇਹ ਵੀ ਆਪਣੇ ਆਪ 'ਚ ਸਵਾਲਾਂ ਦੇ ਘੇਰੇ 'ਚ। ਦੇਖੋ ਜੀ, ਤੁਸੀਂ ਜਿਹੜੀ DGP ਸਾਹਿਬ ਦੀ ਗੱਲ ਕਰ ਰਹੇ ਹੋ, ਮੈਂ DGP ਸਾਹਿਬ ਨੂੰ ਮਿਲਣ ਗਿਆ ਚੰਡੀਗੜ੍ਹ। ਮੈਂ DGP ਸਾਹਿਬ ਨੂੰ, ਜਦੋਂ ਭੁੱਲਰ ਸਾਹਿਬ ਨੇ ਮੈਨੂੰ ਕਹਿ ਤਾ ਕਮਿਸ਼ਨਰ ਸਾਹਿਬ ਲੁਧਿਆਣਾ ਨੇ ਕਿ ਸਾਡੇ ਹੱਥ 'ਚ ਨਹੀਂ ਹੈਗਾ, ਤੁਸੀਂ ਉਹ ਚੰਡੀਗੜ੍ਹ ਜਾਓ DGP ਸਾਹਿਬ ਕੋਲ, ADGP ਸਿਕਿਉਰਿਟੀ ਕੋਲੋਂ। ਮੈਂ ADGP ਸਿਕਿਉਰਿਟੀ ਤੇ DGP ਸਾਹਿਬ ਕੋਲ ਗਿਆ। ਉਹਨਾਂ ਨੂੰ ਮੈਂ ਆਪਣੀ ਇਹੀ ਦਰਖਾਸਤ ਦੇ ਕੇ ਆਇਆ ਵਾਂ, ਇਹੀ ਸਾਰੇ ਪ੍ਰੂਫ ਲਗਾ ਕੇ। DGP ਸਤਿਆ ਚੌਹਾਨ ਨੂੰ ਮੈਂ ਖੁਦ ਮਿਲਿਆ ਵਾਂ। ਉਹਨਾਂ ਨੂੰ ਮੈਂ ਮਿਲ ਕੇ
ਆ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਵਿਦ ਪ੍ਰੂਫ, ਵਿਦ ਆ ਜਿਹੜੇ ਪਾਕਿਸਤਾਨ ਦੀਆਂ ਕਾਲਸ ਸੀ ਸਾਰੀਆਂ ਸੀਗੀਆਂ, ਵਿਦ ਮੈਂ ਉਹਨਾਂ ਨੂੰ ਅਮਿਤ ਅਰੋੜੇ ਦੇ ਜਿਹੜੇ NIA ਵਾਲੇ ਕੇਸ ਨੇ ਉਹ ਅਮਿਤ ਅਰੋੜੇ ਨੇ ਦਿੱਤੇ ਵੀ ਆ, ਮੇਰੇ ਐਡਵੋਕੇਟ ਨੇ, ਮੇਰੇ ਕੇਸ 'ਚ ਅਪੇਅਰ ਹੋ ਰਹੇ ਨੇ। ਅਸੀਂ NIA ਨੂੰ ਐਪਲੀਕੇਸ਼ਨ ਭੇਜੀ ਹੈ। ਉਹ ਐਪਲੀਕੇਸ਼ਨ ਅੱਜ ਤੋਂ 2 ਮਹੀਨੇ ਪਹਿਲੇ ਮੈਂ ਦਿੱਤੀ ਸੀਗੀ ਇਹਨਾਂ ਨੂੰ। ਮੈਂ ਤੁਹਾਨੂੰ ਉਹਦੇ ਵੀ ਨਾਲ ਹੀ ਪ੍ਰੂਫ ਦੇ ਦਿੰਦਾ ਵਾਂ, ਕਿਉਂਕਿ ਬਿਨਾਂ ਪ੍ਰੂਫਾਂ ਤੋਂ ਇਹ ਗੱਲ ਸਮਝਦੇ ਨਹੀਂ ਹੈਗੇ, ਨਾ ਹੀ ਇਹਨਾਂ ਨੂੰ ਪਤਾ ਲੱਗਦਾ ਵੈ। ਆਹ ਦੇਖੋ ਇੱਕ ਮੈਂ ਤੁਹਾਨੂੰ ਦਿਖਾਉਂਦਾ ਵਾਂ, 1 ਸੈਕਿੰਡ ਵੀ। ਮੈਂ ਇਹਨਾਂ ਨੂੰ ਵਿਦ ਪ੍ਰੂਫ, ਇਹ ਗੱਲ ਪ੍ਰੂਫ ਦੀ ਕਰਦੇ ਨੇ। ਮੈਂ ਇਹਨਾਂ ਕੋਲੋਂ 10/11/21 ਨੂੰ ਜਾ ਕੇ ਆ ਮੇਰੇ ਬਾਰ ਕੌਂਸਲ ਮੈਂਬਰ ਵੱਲੋਂ ਚਿੱਠੀ, ਆ ਅਮਿਤ ਅਰੋੜਾ ਵੱਲੋਂ ਚਿੱਠੀ, ਆ ਮੰਡ ਵੱਲੋਂ ਚਿੱਠੀ, ਇਹ ਸਾਰੇ ਪ੍ਰੂਫ, ਇਹ ਸਾਰੇ ਮੈਂ ਇਹਨਾਂ ਨੂੰ ਦਿੱਤੇ ਨੇ। ਇਹ ਬਕਾਇਦਾ ਦੇ ਕੇ ਮੈਂ ਇਹਨਾਂ ਨੂੰ ਦੱਸਿਆ ਸੀਗਾ ਕਿ ਇੱਦਾਂ ਕਰਕੇ ਮੇਰਾ ਨਾਮ ਪਰਵਾਨੇ ਦੇ ਕੇਸ ਦੇ ਵਿੱਚ ਪ੍ਰੈਸ ਦੇ ਵਿੱਚ ਇੱਕ ਸਕਾਈ ਨਿਊਜ਼ ਚੈਨਲ ਦੀ ਖਬਰ ਸੀਗੀ, 2-3 ਖਬਰਾਂ ਹੋਰ ਨੇ। ਉਹਦੇ 'ਚ ਜਦੋਂ ਪਰਵਾਨਾ ਇਹਨਾਂ ਨੇ ਅਰੈਸਟ ਕੀਤਾ ਪਾਕਿਸਤਾਨੀ ਫੰਡਿੰਗ ਲਈ ਤੇ ਟੈਰਰਿਸਟ ਐਕਟੀਵਿਟੀਜ਼ ਲਈ, ਉਹ ਪਰਵਾਨੇ ਦੀ ਉਹਦੇ ਵਿੱਚ ਮੇਰਾ ਨਾਮ ਬਕਾਇਦਾ ਲਿੱਤਾ ਗਿਆ ਕਿ ਲੁਧਿਆਣਾ ਤੋਂ ਪਰਵਾਨੇ ਨੂੰ ਅਰੈਸਟ ਕਰਨ ਲਈ ਕੰਪਲੇਂਟ ਦਿੱਤੀ ਗਈ। ਮੈਂ ਉਸ ਨਿਊਜ਼ ਦੀ ਕਟਿੰਗ ਵੀ ਇਹਨਾਂ ਨੂੰ ਦਿੱਤੀ ਕਿ ਮੇਰਾ ਨਾਮ ਓਪਨ ਪ੍ਰੈਸ ਦੇ ਵਿੱਚ ਦਿੱਤਾ ਜਾ ਰਿਹਾ, ਮੈਨੂੰ ਲਾਈਫ ਥ੍ਰੈਟ ਹੈਗੇ ਨੇ, ਵੀ ਇਸ ਚੀਜ਼ ਦਾ ਕੁਝ ਕਰੋ। ਇਹਨਾਂ ਨੇ ਉਹ ਵੀ ਕੋਈ ਜ਼ਿੰਮੇਵਾਰੀ ਨਹੀਂ ਸਮਝੀ ਕਿ ਉਹ ਚੀਜ਼ ਨੂੰ ਇਹ ਸੀਰੀਅਸਲੀ ਲੈਂਦੇ, ਜਾਂ ਕੋਰਟ ਦੇ ਵਿੱਚ ਸਿਕਿਉਰਿਟੀ ਜਦੋਂ ਮੈਂ ਲਿਜਾ ਕੇ ਇਹਨਾਂ ਦੇ ASI ਨੂੰ ਦਿਖਾਈ, ਇਹਨਾਂ ਨੇ ਕਿਸੇ ਚੀਜ਼ ਨੂੰ ਨਹੀਂ ਲਿੱਤਾ। ADGP ਸਾਹਿਬ ਵੱਲੋਂ ਆ ਗਈ ਲੁਧਿਆਣੇ, ਮਾਰਕੋ ਕੇ ਲੁਧਿਆਣੇ ਤੋਂ ਫਿਰ ਉਹੀ ਪ੍ਰੋਸੀਜਰ ਸਟਾਰਟ ਹੋ ਗਿਆ। ASI ਆਏ ਮੇਰੇ ਕੋਲ, ਉਹਨਾਂ ਨੇ ਮੇਰੇ ਬਿਆਨ ਲਿੱਤੇ। ਅੱਜ ਤੋਂ ਮਹੀਨਾ ਪਹਿਲੇ ਬਿਆਨ ਦੇ ਕੇ ਮੈਂ ਉਹਨਾਂ ਨੂੰ ਫਿਰ ਦੁਆਰਤੀ ਸਾਰਾ ਕੋਰਟ ਮਹੀਨਾ ਪਹਿਲੇ ਘੁਮਾਇਆ ਵੀ ਆ ਦੇਖੋ ਜੀ ਕੁਛ ਨਹੀਂ ਹੈ। ਔਰ ਤੁਸੀਂ ਇੱਕ ਚੀਜ਼ ਦੇਖਿਓ ਕਿ ਮੇਰੇ ਕੈਬਿਨ ਦੇ ਬਾਹਰ ਕੈਮਰਾ ਲੱਗਿਆ ਹੋਇਆ ਹੈ, DVA ਦੇ ਕੈਮਰੇ ਲੱਗੇ ਸੀ। ਅੱਜ ਤੋਂ 15 ਦਿਨ ਪਹਿਲੇ ਉਹ ਕੈਮਰੇ ਪੱਟ ਦਿੱਤੇ ਗਏ ਨੇ। ਅੱਛਾ ਜੀ। ਮੈਂ ਉਹ ਚੀਜ਼ ਆਪਣੀ ਬਾਰ ਰੂਮ ਦੇ ਵਿੱਚ ਨੋਟ ਕਰਾਈ ਹੈ ਵੀ ਜਿਹੜੇ ਸਾਡੇ ਕੈਬਿਨ ਦੇ ਵਿੱਚ ਸਾਡੇ ਕੋਰੀਡੋਰਸ 'ਚ ਕੈਮਰੇ ਲੱਗੇ ਨੇ, ਉਹ ਕਿਸੇ ਸ਼ਰਾਰਤੀ ਬੰਦੇ ਨੇ ਅੱਜ ਤੋਂ 15 ਦਿਨ ਪਹਿਲੇ, ਉਹ 10-15 ਦਿਨ ਪਹਿਲੇ ਉਹ ਕੈਮਰੇ ਪੱਟ ਲਏ ਨੇ ਸਾਡੇ, ਪਰ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਹੋ ਸਕਦਾ ਸੀ ਇਹ ਕੋਈ ਵੱਡੀ ਸਾਜ਼ਿਸ਼ ਹੁੰਦੀ, ਕਿਉਂਕਿ ਮੇਰੇ ਆਪਣੇ ਕੈਬਿਨ ਦੇ ਵਿੱਚ ਮੇਰੇ ਕੋਲੋਂ ਇਹ ਜਿੰਨੇ ਵੀ ਹਿੰਦੂ ਸੰਗਠਨ ਹੈਗੇ ਨੇ ਪੰਜਾਬ ਦੇ, ਚਾਹੇ ਉਹ ਹਿੰਦੁਸਤਾਨ ਪੰਜਾਬ ਸ਼ਿਵ ਸੈਨਾ ਪੰਜਾਬ ਹੋਵੇ, ਚਾਹੇ ਅਮਿਤ ਅਰੋੜਾ ਹੋਵੇ, ਚਾਹੇ ਮੰਡ ਹੋਵੇ, ਚਾਹੇ ਹੋਰ ਹਿੰਦੂ ਰਿਪਰੈਜ਼ੈਂਟੇਟਿਵ ਹੋਣ, ਉਹ ਸਾਰੇ ਰੈਗੂਲਰ ਮੇਰੇ ਕੈਬਿਨ ਦੇ, ਮੇਰੇ ਕੋਰਟ ਆਫਿਸ ਦੇ ਵਿਜ਼ਟਰਸ ਨੇ। ਮੇਰੇ ਕੋਲੋਂ ਆਉਂਦੇ ਨੇ ਆਪਣੇ ਕੇਸਾਂ ਲਈ, ਔਰ ਕਈ ਘੰਟੇ ਮੇਰੇ ਕੋਲੋਂ ਆਪਣੇ ਕੇਸ ਡਿਸਕਸ ਕਰਨ ਲਈ ਬੈਠਦੇ ਨੇ। ਔਰ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਲਾਈਫ ਥ੍ਰੈਟ ਉਹਨਾਂ ਨੂੰ ਹੀ ਹੈਗੀ ਹੈ। ਉਹਨਾਂ ਨੂੰ ਕਈ ਵਾਰੀ ਉਹਨਾਂ 'ਤੇ ਅਟੈਕ ਹੋਏ ਨੇ। ਹੋ ਸਕਦਾ ਕਿ ਜਿਹੜਾ ਇਹ ਅਟੈਕ ਹੈ ਇਹ ਮੇਰੇ ਕੈਬਿਨ ਨੂੰ ਜਾਂ ਮੈਨੂੰ ਜਾਂ ਉਹਨਾਂ 'ਚੋਂ ਕਿਸੇ ਨੂੰ ਮੇਰੇ ਕੈਬਿਨ ਦੇ ਵਿੱਚ ਟਾਰਗੇਟ ਬਣਾ ਕੇ ਕਰਨਾ ਹੋਵੇ, ਕਿਉਂਕਿ ਹੁਣ ਤਾਂ ਖਾਲਿਸਤਾਨੀ ਬਿਲਕੁਲ ਓਪਨ ਖਾਲਿਸਤਾਨ ਨੈਟਵਰਕ ਇਹਦੇ ਵਿੱਚ ਆ ਗਿਆ ਵਾ। ਤੇ ਅੱਗੋਂ ਵੀ ਮੈਨੂੰ ਹੁਣ ਮੈਂ ਤੁਹਾਡੇ ਤੋਂ ਇੱਥੇ ਇੱਕ, ਤੁਸੀਂ ਵਕੀਲ ਵੀ ਹੋ, ਤੁਹਾਡਾ ਇੱਕ ਤਜਰਬਾ ਹੈ ਔਰ ਖੁਦ ਥ੍ਰੈਟਾਂ ਨੂੰ ਇੱਦਾਂ ਤੁਸੀਂ ਫੇਸ ਕਰ ਰਹੇ ਹੋ। ਅਸੀਂ ਤੁਹਾਡੇ ਤੋਂ ਐਜ਼ ਏ ਵਕੀਲ ਇੱਕ ਐਕਸਪਰਟ ਦੀ ਰਾਏ ਵੀ ਪੁੱਛਣਾ ਚਾਹਾਂਗੇ ਕਿ ਇੱਕ ਹੁਣ ਤਾਂ ਨਾਮ ਕਲੀਅਰ ਕੱਟ ਹੋ ਗਿਆ ਕਿ ਗਗਨਦੀਪ ਸਿੰਘ ਦਾ ਨਾਮ ਆ ਰਿਹਾ, ਸਾਬਕਾ ਪੁਲਿਸ ਕਰਮੀ ਸੀਗਾ। ਸੋ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਆ ਰਹੀਆਂ ਕਿ ਉਹ ਇੱਕ ਸਪੋਰਟਸ ਖਿਡਾਰੀ ਵੀ ਸੀਗਾ, ਜਾਂ ਹੋਰ ਵੀ ਸਾਰੀਆਂ ਚੀਜ਼ਾਂ ਆ ਰਹੀਆਂ। ਤੁਹਾਨੂੰ ਕੀ ਲੱਗਦਾ ਇੱਕ ਸਾਬਕਾ ਪੁਲਿਸ ਕਰਮੀ ਵੱਲੋਂ, ਜਿਹੜਾ ਕਿ ਖੁਦ ਇੱਦਾਂ ਦੇ ਇੱਕ ਨਸ਼ਿਆਂ ਦੀ ਤਸਕਰੀ 'ਚ ਫੜਿਆ ਗਿਆ ਹੋਵੇ, ਸਜ਼ਾ ਯਾਫਤਾ ਹੋਵੇ, 2 ਸਾਲ ਦੀ ਸਜ਼ਾ ਕੀਤੀ ਹੈ, ਸਸਪੈਂਡ ਰਿਹਾ ਹੈ, ਸੋ ਉਹਦਾ ਬੰਬ ਬਲਾਸਟ ਕੋਰਟ ਦੇ ਵਿੱਚ, ਕੋਰਟ ਨੂੰ ਬੰਬ ਬਲਾਸਟ ਕਰਨ ਦੀ ਮਨਸ਼ਾ ਦੇ ਨਾਲ ਇੱਦਾਂ ਦਾ ਕਰਨਾ, ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਕੀ ਮਾਨਸਿਕਤਾ ਹੋ ਸਕਦੀ ਹੈ? ਸੰਦੀਪ ਜੀ, ਅੱਜ ਮੈਂ DGP ਸਾਹਿਬ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀਗਾ ਜੀ, ਔਰ ਕਈ ਇੱਦਾਂ ਦੀਆਂ ਚੀਜ਼ਾਂ ਉਹ ਵਿੱਚ ਕਹਿੰਦੇ ਪਏ ਨੇ ਵੀ ਸਾਨੂੰ ਆ ਕੇ ਦੱਸੋ ਥਾਣੇ 'ਚ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ, ਸਾਨੂੰ ਇੱਦਾਂ ਦੀ ਕੋਈ ਵੀ ਇਨਫੋਰਮੇਸ਼ਨ ਨਾ ਦਿਓ। ਪਹਿਲੀ ਗੱਲ ਤਾਂ ਕੋਈ ਪੁਲਿਸ ਇਹਨਾਂ ਚੀਜ਼ਾਂ 'ਤੇ ਧਿਆਨ ਨਹੀਂ ਦਿੰਦੀ। ਦੂਸਰੀ ਗੱਲ ਜਿਹੜੀ ਤੁਸੀਂ ਗੱਲ ਪੁੱਛ ਰਹੇ ਹੋ ਕਿ ਪੁਲਿਸ ਆਫੀਸਰ ਸੀਗਾ, ਅੱਜ ਕੱਲ੍ਹ ਪੁਲਿਸ ਤੋਂ ਬਿਲਕੁਲ ਭਰੋਸਾ ਉੱਠ ਚੁੱਕਾ ਸਭ ਦਾ। ਕੋਈ ਵੀ ਕੁਛ ਵੀ ਕਰ ਸਕਦਾ ਵੈ। ਜਿਸ ਤਰੀਕੇ ਨਾਲ ਖਾਲਿਸਤਾਨੀ ਫੰਡਿੰਗ ਆਉਂਦੀ ਆ ਬਾਹਰੋਂ ਪਾਕਿਸਤਾਨ ਤੋਂ, ਜਿਸ ਲੈਵਲ ਦੇ ਪੈਸੇ ਆਉਂਦੇ ਨੇ, ਹੁਣ ਤੁਸੀਂ ਪੰਨੂ ਨੂੰ ਦੇਖਿਆ, ਪੰਨੂ ਕਿੰਨੇ ਕਰੋੜ ਦੀ ਆਫਰ ਦੇ ਦਿੰਦਾ ਵੀ ਤੁਸੀਂ ਇੱਦਾਂ ਦਾ ਕੋਈ ਵੀ ਐਕਟੀਵਿਟੀ ਕਰੋ ਤੇ ਮੈਂ ਤੁਹਾਨੂੰ ਇੰਨੇ ਕਰੋੜ ਬਾਹਰੋਂ ਭੇਜ ਦਾਂਗਾ, ਤੁਹਾਨੂੰ PR ਭੇਜ ਦਾਂਗਾ। ਪਰ ਪੁਲਿਸ ਕਿਤੇ ਰੋਕਣ 'ਚ ਕਾਮਯਾਬ ਨਹੀਂ। ਔਰ ਇੱਥੇ ਤੱਕ ਕਿ ਸਾਡੇ ਵਰਗੇ ਬੰਦੇ ਜਦੋਂ ਇਨਫੋਰਮੇਸ਼ਨ ਦਿੰਦੇ ਨੇ, ਸਾਨੂੰ ਮਜ਼ਾਕ ਬਣਾ ਕੇ ਘਰੇ ਬਿਠਾ ਦਿੱਤਾ ਜਾਂਦਾ ਵਾ ਵੀ ਨਹੀਂ ਜੀ ਤੁਸੀਂ ਗਲਤ ਕਹਿ ਰਹੇ ਹੋ, ਤੁਸੀਂ ਤਾਂ 50,000 ਦਿਓ ਤੇ ਤੁਸੀਂ ਸਿਕਿਉਰਿਟੀ ਲੈ ਲਓ। ਆਹ ਸਿਕਿਉਰਿਟੀ ਸਾਡੀ ਹੈਗੀ ਹੈ। ਜਿਹੜੀ ਤੁਸੀਂ ਗੱਲ ਕਰ ਰਹੇ ਹੋ, DGP ਸਾਹਿਬ ਆਪਣੇ ਮੂੰਹੋਂ ਕਹਿ ਰਹੇ ਨੇ ਕਿ ਉਹ ਬੰਦਾ ਇਕੱਲਾ ਨਹੀਂ ਸੀਗਾ, ਉਸ ਬੰਦੇ ਦੇ ਨਾਲ ਹੋਰ ਬੰਦੇ ਵੀ ਸੀਗੇ। ਇਟ ਮੀਨਸ ਕਿ ਉਹ ਬੰਦੇ ਹੁਣ ਵੀ ਘੁੰਮ ਰਹੇ ਨੇ ਓਪਨ, ਜਿਹੜੇ ਬੰਦੇ, ਔਰ ਉਹ ਅੱਗੋਂ ਵੀ ਇਹੋ ਜਿਹੇ ਕਈ ਐਕਟੀਵਿਟੀਜ਼ ਕਰ ਸਕਦੇ ਨੇ, ਕਈ ਬੰਦਿਆਂ ਨੂੰ ਟਾਰਗੇਟ ਬਣਾ ਸਕਦੇ ਨੇ, ਕਈ ਜਗ੍ਹਾਵਾਂ ਨੂੰ ਟਾਰਗੇਟ ਬਣਾ ਸਕਦੇ ਜਿੱਥੇ ਮਾਸ ਕਿਲਿੰਗ ਹੋ ਸਕੇ। ਜੇ ਪਿਛਲਾ ਰਸਤਾ ਕੱਢਿਆ, ਔਰ ਮੈਂ ਸ਼ੁਕਰਗੁਜ਼ਾਰ ਹਾਂ ਉਸੇ ਮੰਤਰੀ ਦਾ
ਜਿਹਦੇ ਕਰਕੇ ਉਸ ਦਿਨ ਸਾਡਾ ਬਚਾਅ ਹੋਇਆ, ਕਿਉਂਕਿ ਉਸ ਮੰਤਰੀ ਦੀਆਂ ਇਹੀ ਹਰਕਤਾਂ ਕਰਕੇ ਸਾਡੀ ਕੰਜ਼ਿਊਮਰ ਕੋਰਟ ਤੋਂ ਬਾਹਰ ਚਲੇ ਗਈ। 900 ਕੇਸ ਸਾਡੇ ਲੁਧਿਆਣੇ ਤੋਂ ਸ਼ਿਫਟ ਹੋ ਗਏ, ਜਿਹਦੇ ਕਰਕੇ ਸਾਡੀ ਬਾਰ 2 ਦਿਨ ਤੋਂ ਸਟ੍ਰਾਈਕ ਤੇ ਬੈਠੀ ਸੀ ਉਸ ਮੰਤਰੀ ਦੇ ਖਿਲਾਫ। 2 ਦਿਨ ਤੋਂ ਸਾਡੇ ਵਕੀਲ ਭਰਾਵਾਂ ਦੀ ਹੜਤਾਲ ਚੱਲ ਰਹੀ ਸੀ। ਜੇ ਉਹ ਹੜਤਾਲ ਨਾ ਹੁੰਦੀ, ਪਤਾ ਨਹੀਂ ਸਾਡੇ ਕਿੰਨੇ ਵਕੀਲ ਭਰਾਵਾਂ ਦਾ ਨੁਕਸਾਨ ਹੋ ਜਾਣਾ ਸੀ, ਪਤਾ ਨਹੀਂ ਕਿੰਨੇ ਲਿਟੀਗੈਂਟਸ ਮਾਰੇ ਜਾਣੇ ਸੀਗੇ। ਔਰ ਮੈਂ ਸ਼ੁਕਰੀਆ ਵੀ ਉਸੇ ਮੰਤਰੀ ਦਾ ਕਰਦਾ ਵਾਂ ਕਿ ਉਸ ਮੰਤਰੀ ਦੀਆਂ ਆਹੀ ਕਰਤੂਤਾਂ ਕਰਕੇ, ਜਿਹੜੀਆਂ ਐਂਟੀ ਐਡਵੋਕੇਟਸ ਕਰਤੂਤਾਂ ਨੇ, ਮੇਰੇ 4000 ਵਕੀਲ ਭਰਾਵਾਂ ਦਾ ਬਚਾਅ ਹੋ ਗਿਆ ਕਿ ਉੱਥੇ ਜ਼ਿਆਦਾ ਕਿਸੇ ਦੀ ਜ਼ਿੰਦਗੀ ਨੂੰ ਖਤਰਾ ਨਹੀਂ ਹੋਇਆ, ਕਿਉਂਕਿ ਸਾਰੇ ਵਕੀਲ ਭਰਾ ਉਸ ਦਿਨ ਸਟ੍ਰਾਈਕ ਮਨਾ ਰਹੇ ਸੀ ਇਸ ਮੰਤਰੀ ਦੀਆਂ ਕਰਤੂਤਾਂ ਕਰਕੇ। ਸੋ ਦੋਸਤੋ, ਇਹ ਸੀਗੇ ਐਡਵੋਕੇਟ ਖੁਰਮੀ ਜੀ, ਜਿਨ੍ਹਾਂ ਨੇ ਬਹੁਤ ਸਾਰੇ, ਜਿੱਥੇ ਆਪਣੇ ਤੇ ਜਿਹੜਾ ਲੁਧਿਆਣਾ ਕੋਰਟ ਕੰਪਲੈਕਸ 'ਚ ਹੋਇਆ ਜਿਹੜਾ ਇੱਕ ਬੰਬ ਧਮਾਕਾ ਹੈ, ਉਹਨੂੰ ਲੈ ਕੇ ਬਹੁਤ ਸਾਰੇ ਖੁਲਾਸੇ ਕੀਤੇ। ਉੱਥੇ ਹੀ ਉਹਨਾਂ ਨੇ ਬਹੁਤ ਸਾਰੇ ਹੋਰ ਵੀ ਚੀਜ਼ਾਂ ਕਹੀਆਂ। ਇੱਕ ਮਨ ਭਰਿਆ ਹੋਇਆ ਸੀਗਾ, ਜਿਵੇਂ ਇੱਕ ਉਹਨਾਂ ਦੇ ਜ਼ੁਬਾਨ ਵੀ ਇੱਦਾਂ ਦੀ ਲੜਖੜਾ ਰਹੀ ਸੀਗੀ ਕਿ ਜਿਵੇਂ ਲੱਗ ਰਿਹਾ ਸੀ ਕਿ ਉਹ ਹਜੇ ਵੀ ਦਹਿਸ਼ਤ ਦੇ ਵਿੱਚ। ਬਹੁਤ ਸਾਰੀਆਂ ਗੱਲਾਂ ਚੀਜ਼ਾਂ ਸਾਹਮਣੇ ਆ ਰਹੀਆਂ। ਸੋ ਇੱਦਾਂ ਹੀ ਵੱਖ-ਵੱਖ ਮੁੱਦਿਆਂ 'ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ। ਜਨ हितैषी, TRP नहीं खरीदते, भरोसा जीतते हैं हम।